सतनाम वाहिगुरु साहिब जी। राग सोहे संत महला पहला। कर पहला एक ओंकार सतगुर प्रसाद। पर जो बन में मत पेयड़ कर पाहुनी बलराम जियो। मैली अवगुण चित बिन गुर गुण ना समामनी बलराम जियो। पर जो बन में मत पेयड़ कर पाहुनी बलराम जियो। मैली अवगुण चित बिन गुर गुण ना समामनी बलराम जियो। गुण सार न जानी भरम पुलानी जो बन बाद गवाया। वार घर दार दर्शन नहीं जाता फिर का सहज न पाया। सतगुर पूछ न मार्ग चाले सूती रैन विहानी। नानक बाल तण रांडे पा बिन पिर धन कुमलानी। बाबा मैं वर दे मैं हर वर भावै तिसकी बलराम जियो। रव रहया जुग चार तिर भवन बाणी जिसकी बलराम जियो। तिर भवन कंत रवै सुहागण अवगणवंती दूरे। जैसी आशा तैसी मनसा पूर रहा पर पूरे। हर की नार सो सर्ब सुहागण रांड ना मैल वेसे। नानक मैं वार साचा पावै जोग जोग प्रीतम तैसे। बाबा लगन गणाए हम भी वन्या सहुरै बलराम जियो। साहा हुक्म रजाए सो ना टलै जो प्रभ करै बलराम जियो। किरत पया करते कर पाया मेट न सकै कोई। जांजी नाओ न रह नह केवल रव रहया तेह लोए। माए निरासे रोए बिचुन्नी बाली बल हिते। नानक साच शब्द सुख महली गुर चरणी प्रभ चेते। बाबल दितड़ी दूर ना आवे कर पईयै बलराम जियो। रहसी वेख हदूर फिर रावी कर सोईयै बलराम जियो। साचै पिर लोड़े प्रीतम जोड़े मत पूरी प्रधाने। संजोगी मेला थान सुहेला गुणवंती गुर ज्ञाने। सत संतोख सदा सच पल्लै सच बोलै फिर पाए। नानक विछड़ ना दुख पाए गुरमत अंक समाए। सत संतोख
ਸਦਾ ਸਚ ਪੱਲੈ, ਸਤ ਸੰਤੋਖ ਸਦਾ ਸਚ ਪੱਲੈ, ਸਚ ਬੋਲੇ ਫਿਰ ਭਾਏ, ਨਾਨਕ ਵਿਛੜਨਾ ਦੁਖ ਪਾਏ, ਗੁਰਮਤਿ ਅੰਕ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਦੇਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਅੰਮ੍ਰਿਤ ਵੇਲੇ ਤੋਂ ਜੁੜ ਕੇ ਪੰਚਮੀ ਦੇ ਜੋੜ ਮੇਲ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਮਨਾ ਰਹੇ। ਪੰਚਮੀ ਦੇ ਦਿਨਾਂ ਦੇ ਅੱਜ ਦੇ ਵਿਸ਼ੇਸ਼ ਗੁਰਮਤਿ ਸਮਾਗਮ ਹਨ। ਨੌਵੇਂ ਪਾਤਸ਼ਾਹ ਦੀਆਂ ਬਰਕਤਾਂ, ਨੌਵੇਂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਵਾਸਤੇ ਅੰਮ੍ਰਿਤ ਵੇਲੇ ਤੋਂ ਸੰਗਤਾਂ ਦੂਰੋਂ ਦਰੇਡਿਓਂ ਹਾਜ਼ਰੀਆਂ ਭਰ ਰਹੀਆਂ। ਨੌਵੇਂ ਪਾਤਸ਼ਾਹ ਦੇ ਬਚਨਾਂ ਦੀ ਪਾਲਣਾ ਕਰ ਰਹੀਆਂ। ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਉਪਰੰਤ ਗੁਰਸ਼ਬਦ ਦੀ ਵਿਚਾਰ, ਗੁਰਸ਼ਬਦ ਦੀ ਕਥਾ ਦੀ ਜੋ ਮਰਜ਼ਾਦਾ ਗੁਰੂ ਘਰ ਵਿੱਚ ਗੁਰੂ ਕਾਲ ਤੋਂ ਚੱਲਦੀ ਆ ਰਹੀ ਹੈ, ਉਸ ਮਰਿਆਦਾ ਨੂੰ ਪਾਲਦਿਆਂ ਹੋਏ ਆਪਾਂ ਸਾਰੇ ਗੁਰਬਾਣੀ ਨੂੰ, ਗੁਰਸ਼ਬਦ ਨੂੰ ਵਿਚਾਰਨ ਲਈ ਜੁੜ ਬੈਠੇ। ਗੁਰਬਾਣੀ ਦੀ, ਗੁਰਸ਼ਬਦ ਦੀ ਵਿਚਾਰ ਮਨੁੱਖੀ ਜੀਵਨ ਦੇ ਵਿੱਚ ਇਸ ਤਰ੍ਹਾਂ ਹੈ ਜਿਵੇਂ ਅੰਧਕਾਰ ਵਿੱਚ ਹਨੇਰੇ 'ਚ ਚਾਨਣਾ ਹੋ ਜਾਏ, ਲੋ ਹੋ ਜਾਏ, ਦੀਵੇ ਦਾ ਪ੍ਰਕਾਸ਼ ਹੋ ਜਾਏ। ਦੀਵੇ ਦਾ ਉਹ ਪ੍ਰਕਾਸ਼ ਜਦੋਂ ਹਨੇਰੇ ਦੀ ਭਟਕਣ ਦੇ ਵਿੱਚ ਅਚਾਨਕ ਲੋ ਲੱਗ ਜਾਏ, ਪ੍ਰਕਾਸ਼ ਹੋ ਜਾਏ, ਇੱਕਦਮ ਮਨ ਨੂੰ ਸਕੂਨ ਮਿਲਦਾ, ਹਿਰਦੇ ਨੂੰ ਸ਼ਾਂਤੀ ਮਿਲਦੀ ਹੈ, ਭਟਕਣ ਮਿਟ ਜਾਂਦੀ ਹੈ। ਅੰਧਕਾਰ ਦੀ ਜਿਹੜੀ ਉਹ ਘਬਰਾਹਟ ਹੈ ਉਹ ਖਤਮ ਹੋ ਜਾਂਦੀ ਹੈ। ਮਨੁੱਖੀ ਜੀਵਨ ਦਾ ਜਿਹੜਾ ਅੰਧਕਾਰ ਹੈ, ਅਗਿਆਨਤਾ ਦਾ ਹਨੇਰਾ ਹੈ, ਜਿਹਦੇ ਵਿੱਚ ਭਟਕਣ ਹੈ, ਜਿਹਦੇ ਵਿੱਚ ਅਸ਼ਾਂਤੀ ਹੈ, ਜਿਹਦੇ ਵਿੱਚ ਆਧੀਰਜ ਹੈ, ਜਿਸ ਅੰਦਰ ਕਾਮ ਕ੍ਰੋਧ ਆਦਿਕ ਕਿਤਨੇ ਬਿੱਛੂ ਸੱਪ ਉਹ ਵੀ ਹਨੇਰੇ ਦੇ ਵਿੱਚ ਆਲੇ ਦੁਆਲੇ ਡਸਣ ਨੂੰ ਫਿਰਦੇ ਹੈ। ਬੜਾ ਭੈ ਭੀਤ ਮਨੁੱਖ ਉਸ ਅੰਧਕਾਰ ਦੇ ਵਿੱਚ ਜਦੋਂ ਉਹਨੂੰ ਕੁਝ ਨਹੀਂ ਸੁਝਦਾ, ਗੁਰੂ ਕੀ ਬਾਣੀ ਉੱਥੇ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਕਰਕੇ, ਚਾਨਣਾ ਕਰਕੇ ਮਾਰਗਦਰਸ਼ਨ ਕਰਦੀ ਹੈ। ਇਸੇ ਕਰਕੇ ਗੁਰਦੇਵ ਨੇ ਬਚਨ ਕਹੇ ਨੇ, ਵਿਚਾਰ ਮਾਰੈ ਤਰੈ ਤਾਰੈ ਉਲਟ ਜੋਨ ਨਾ ਆਵੇ। ਜਿਹੜਾ ਗੁਰ ਸ਼ਬਦ ਦੀ, ਗੁਰਬਾਣੀ ਦੀ ਵਿਚਾਰ ਨਾਲ ਆਪਣੇ ਮਨ ਦੀਆਂ ਮਲਨ ਭੈੜੀਆਂ ਵਿਚਾਰਾਂ ਨੂੰ ਮਾਰ ਦਿੰਦਾ ਹੈ, ਉਹ ਆਪ ਤਰਦਾ ਹੈ, ਆਪਣੇ ਨਾਲ ਦੇ ਸੰਗੀਆਂ ਨੂੰ ਵੀ ਤਾਰ ਲੈਂਦਾ ਹੈ, ਔਰ ਉਹ ਮੁੜ ਕੇ ਉਲਟ ਕੇ ਜੂਨੀਆਂ ਵਿੱਚ ਨਹੀਂ ਆਉਂਦਾ। ਉਲਟ ਜੋਨ ਨਾ ਆਵੇ। ਤੋ ਸਤਿਗੁਰਾਂ ਦੀ ਦਇਆ ਨਾਲ ਸਾਨੂੰ ਗੁਰਬਾਣੀ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੀਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਇਆਨਿਧ ਸੁਆਮੀ ਜੀ ਅੱਜ ਦੇ ਅੰਮ੍ਰਿਤ ਬਚਨ ਦੀ ਦਾਤ ਬਖਸ਼ਿਸ਼ ਕਰ ਰਹੇ ਨੇ। ਜਿੱਥੇ ਤਨ ਕਰਕੇ, ਸਰੀਰ ਕਰਕੇ ਹਾਜ਼ਰੀਆਂ ਭਰ ਰਹੇ ਹਾਂ, ਉੱਥੇ ਆਪਣੀਆਂ ਸੁਰਤੀਆਂ ਮਹਾਰਾਜ ਜੀ ਦੇ ਚਰਨਾਂ ਵਿੱਚ ਜੋੜਦਿਆਂ ਸਮੂਹ ਮਾਈ ਭਾਈ
ਆਪਣੀ ਰਸਨਾ ਨੂੰ ਪਵਿੱਤਰ ਕਰੋ। ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਰਾਗ ਸੂਹੇ ਸ਼ੰਤ ਮਹੱਲਾ ਪਹਿਲਾ। ਕਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ ਹੈ। ਸੂਹੀ ਰਾਗ ਦੇ ਪਵਿੱਤਰ ਛੰਤ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਅਕਾਲ ਪੁਰਖ ਇੱਕ ਹੈ ਓੰਕਾਰ, ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਤਿਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ, ਜੋ ਓੰਕਾਰ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਹਾਂਜੀ। ਪਰ ਜੋ ਬਨ ਮੈਂ ਮਤ ਪਈ ਅੜੈ ਕਰ ਪਾਉਣੀ ਬਲਰਾਮ ਜੀਓ। ਜੋਬਨ ਦੇ ਨਸ਼ੇ ਵਿੱਚ ਮੱਤੀ ਹੋਈ। ਜੋਬਨ ਨਾਮ ਹੁੰਦਾ ਜਵਾਨੀ ਦਾ। ਜਵਾਨੀ ਦੇ ਨਸ਼ੇ ਵਿੱਚ ਮਸਤ ਹੋਈ ਇਹ ਜੀਵ ਰੂਪੀ ਇਸਤਰੀ। ਇਹ ਜਿਤਨੇ ਵੀ ਆਪਾਂ ਪ੍ਰਾਣੀ ਮਾਤਰ ਹਾਂ ਸਭ ਜੀਵ ਰੂਪੀ ਇਸਤਰੀਆਂ ਹਾਂ। ਪੁਰਖ ਇੱਕ ਅਕਾਲ ਪੁਰਖ ਪਰਮੇਸ਼ਰ ਹੈ। ਸਰੀਰਕ ਭੇਦ ਭਾਵੇਂ ਸਾਡੇ ਸਮਾਤ ਲੋਕ ਦੀ ਧਰਤੀ ਤੇ ਅਨੇਕ ਪ੍ਰਕਾਰ ਦੇ ਹਨ, ਪਰ ਅੰਦਰ ਦੀ ਜੋ ਸੂਖਸ਼ਮ ਕਾਇਆ ਹੈ ਉਹ ਜੀਵ ਰੂਪੀ ਇਸਤਰੀ ਸਾਰਿਆਂ ਦੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਤੀ ਭਰਤੇ ਦੀ ਜੀਵ ਰੂਪੀ ਇਸਤਰੀ ਹੈ। ਜੋਬਨ ਦੇ ਨਸ਼ੇ ਵਿੱਚ ਮਸਤ ਹੋਏ ਮਨੁੱਖ, ਜਵਾਨੀ ਦੇ ਨਸ਼ੇ ਵਿੱਚ ਮਸਤ ਹੋਏ ਮਨੁੱਖ ਇਹ ਗੱਲ ਭੁੱਲ ਜਾਂਦੇ ਨੇ ਕਿ ਆ ਜਿਹੜਾ ਸੰਸਾਰ ਹੈ ਇਹ ਪੇਕਾ ਘਰ ਹੈ, ਔਰ ਇਸ ਪੇਕੇ ਘਰ ਦੇ ਵਿੱਚ ਇਹ ਜੀਵ ਰੂਪੀ ਇਸਤਰੀ 4 ਦਿਨਾਂ ਦੀ ਪ੍ਰਾਹੁਣੀ ਹੈ। ਯਾਨੀ ਕਿ ਇਸ ਪੇਕੇ ਘਰ ਨੂੰ ਛੱਡ ਕੇ ਇਹਨੂੰ ਜਾਣਾ ਪੈਣਾ। ਪਈੜ ਹੈ। ਪਈੜਾ ਦਾ ਮਤਲਬ ਹੁੰਦਾ ਪੇਕਾ ਘਰ। ਇਹ ਜਿਹੜਾ ਸੰਸਾਰ ਹੈ ਇਹਦਾ ਪੇਕਾ, ਇਹਦੇ ਵਿੱਚ ਪ੍ਰਾਹੁਣੀ ਹੈ, ਘਰ ਪਾਹੁਣੀ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਪਿਆਰੇ ਨੇ ਉਹ ਇਸ ਮਾਤ ਲੋਕ ਦੀ ਧਰਤੀ ਤੇ ਪ੍ਰਾਹੁਣੇ ਬਣ ਕੇ ਵਿਚਰਦੇ ਆ। ਉਹ ਕਹਿੰਦੇ ਅਸੀਂ ਪ੍ਰਾਹੁਣੇ ਆ ਇੱਥੇ 4 ਦਿਨਾਂ ਦੇ। ਪ੍ਰਾਹੁਣੇ ਸਾਡੇ ਘਰ ਵੀ ਆਉਂਦੇ ਆ, ਅਤਿਥੀ ਪ੍ਰਾਹੁਣੇ। ਉਹ ਪ੍ਰਾਹੁਣਾ ਜਦੋਂ ਕਿਸੇ ਘਰ ਦੇ ਵਿੱਚ ਜਾਂਦਾ ਉਸ ਘਰ ਦੀਆਂ ਵਸਤੂਆਂ ਤੇ ਪਕੜ ਨਹੀਂ ਰੱਖਦਾ ਵੀ ਮੈਂ ਇਹ ਵੀ ਖੋਹ ਕੇ ਲੈ ਜਾ, ਇਹ ਵੀ ਲੈ ਲਵਾਂ, ਇਹ ਵੀ ਲੈ ਲਵਾਂ। ਉਹਨੂੰ ਪਤਾ ਹੈ ਕਿ ਇਹ ਜੋ ਕੁਝ ਵੀ ਘਰ ਦੇ ਵਿੱਚ ਪਿਆ ਹੋਇਆ ਇਹ ਮੇਰਾ ਨਹੀਂ ਹੈ। ਮੈਂ ਕੇਵਲ 1-2 ਦਿਨਾਂ ਦਾ, 4 ਦਿਨਾਂ ਦਾ ਇੱਥੇ ਮਹਿਮਾਨ ਹਾਂ। ਮਹਿਮਾਨ ਨਵਾਜੀ ਹੋ ਰਹੀ ਹੈ, ਫਿਰ ਉਹਦਾ ਸਤਿਕਾਰ ਵੀ ਹੁੰਦਾ, ਉਹਦਾ ਅਦਬ ਵੀ ਹੁੰਦਾ ਉਸ ਘਰ ਵੱਲੋਂ, ਘਰ ਦੇ ਜੀਆਂ ਵੱਲੋਂ। ਪਰ ਜੇ ਕੋਈ ਪੱਕਾ ਹੀ ਡੇਰਾ ਪਾ ਕੇ ਬਹਿ ਜੇ ਫਿਰ ਆਪ ਹੀ ਦੱਸਦੇ ਆ 10 ਵਾਲੀ ਬੱਸ ਆਉਣ ਵਾਲੀ ਹੈ। ਫਿਰ ਉਹਦਾ ਕੋਈ ਸਤਿਕਾਰ, ਕੋਈ ਇੱਜ਼ਤ, ਕੋਈ ਮਾਣ ਨਹੀਂ ਰਹਿੰਦਾ। ਇਸ ਸੰਸਾਰ ਦੇ ਵਿੱਚ ਵੀ ਜਿਹੜੇ ਰੱਬ ਦੇ ਪਿਆਰੇ ਨੇ ਉਹ ਪ੍ਰਾਹੁਣੇ ਬਣ ਕੇ ਰਹਿੰਦੇ। ਕਿਸੇ ਵਸਤੂ ਨਾਲ, ਕਿਸੇ ਪਦਾਰਥ ਨਾਲ ਉਹਨਾਂ ਦੀ ਪਕੜ ਨਹੀਂ ਹੁੰਦੀ ਤੇ ਸੰਸਾਰ ਦੇ ਲੋਕ ਵੀ ਉਹਨਾਂ ਦੀ ਸੋਭਾ ਕਰਦੇ। ਪਰ ਜੇ ਉਹ ਮਨੁੱਖ ਇਹ ਤਾਮ ਝਾਮ ਬਣਾ ਕੇ ਸੰਸਾਰ ਦਾ ਆਖੇ ਮੈਂ ਤਾਂ ਇੱਥੋਂ ਦਾ ਹੀ ਪੱਕਾ ਵਸਿੰਦਾ, ਉਹ ਨਾ ਤਾਂ ਇਸ ਲੋਕ ਦੇ ਵਿੱਚ ਇੱਜ਼ਤ ਖੱਟਦਾ ਤੇ ਨਾ ਪਰਲੋਕ ਵਿੱਚ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਪਵਿੱਤਰ ਬਾਣੀ ਅੰਦਰ ਨਿਰੰਕਾਰ ਦੇ ਪਿਆਰਿਆਂ ਮਹਾਪੁਰਸ਼ਾਂ ਸੰਤਾਂ ਨੂੰ ਪ੍ਰਾਹੁਣਾ ਸ਼ਬਦ ਨਾਲ ਸੰਬੋਧਨ ਕੀਤਾ। ਜਦੋਂ ਭਗਤ ਸੈਣ ਜੀ ਦੀ ਗੱਲ ਕਰਦੇ ਨੇ
ਤਾਉ ਲਿਖਦੇ ਆਏ ਸੰਤ ਪਰਹੁਣੇ ਕੀਰਤਨ ਹੋਆ ਰਹਿਣ ਸਬਾਈ। ਕਿਉਂਕਿ ਸੰਤ ਇਸ ਮਾਤ ਲੋਕ ਦੀ ਧਰਤੀ ਤੇ ਹੈ ਨਹੀਂ ਪ੍ਰਾਹੁਣੇ। ਉਹਨਾਂ ਆਖਿਆ 4 ਦਿਨਾਂ ਦੇ ਵਾਸਤੇ ਸੰਸਾਰ 'ਚ ਰਹਿਣਾ, ਤੇ ਕਿਉਂ ਵੱਡੇ ਵੱਡੇ ਤਾਮ ਝਾਮ ਕਰਕੇ ਉਹਦੇ ਵਿੱਚ ਹੀ ਖਚਤ ਹੋਇਆ ਆਪਣੀ ਜ਼ਿੰਦਗੀ ਬਸਰ ਕਰ ਦਈਏ। ਐਸੇ ਐਸੇ ਰੱਬ ਦੇ ਪਿਆਰੇ ਮਹਾਂਪੁਰਸ਼ ਇਸ ਮਾਤ ਲੋਕ ਦੀ ਧਰਤੀ ਤੇ ਦੇਖਣ ਨੂੰ, ਦਰਸ਼ਨਾਂ ਨੂੰ ਪ੍ਰਾਪਤ ਹੋਏ, ਜਿਨ੍ਹਾਂ ਆਪਣਾ ਸਾਰਾ ਜੀਵਨ ਇੱਕ ਛੋਟੀ ਜਿਹੀ ਕੁੱਲੀ ਦੇ ਵਿੱਚ ਹੀ ਬਤੀਤ ਕਰ ਦਿੱਤਾ ਹੈ। ਆਪਣੇ ਬੜੇ ਬੜੇ ਵੱਡੇ ਆਲੀਸ਼ਾਨ ਮਹਿਲ ਜਾਂ ਡੇਰੇ ਨਹੀਂ ਬਣਾਏ, ਕੱਖਾਂ ਦੀਆਂ ਕੁੱਲੀਆਂ ਦੇ ਵਿੱਚ ਹੀ ਰਹਿ ਕੇ ਆਪਣਾ ਜੀਵਨ ਬਸਰ ਕਰ ਗਏ। ਕਿਉਂਕਿ ਉਹਨਾਂ ਦਾ ਜੋ ਪ੍ਰਯੋਜਨ ਹੈ, ਮਨੋਰਥ ਹੈ, ਉਹ ਕੁਝ ਹੋਰ ਹੁੰਦਾ ਹੈ। ਆਮ ਸਧਾਰਨ ਮਨੁੱਖਾਂ ਵਾਲਾ ਉਹਨਾਂ ਦਾ ਪ੍ਰਯੋਜਨ ਨਹੀਂ। ਉਹਨਾਂ ਦਾ ਪ੍ਰਯੋਜਨ ਹੁੰਦਾ ਆਤਮਿਕ ਰਸ ਮਾਣਨਾ, ਆਤਮਿਕ ਖੇੜੇ ਨੂੰ ਪ੍ਰਾਪਤ ਕਰਨਾ। ਉਸ ਰਸ ਨੂੰ ਮਾਣਦਿਆਂ ਉਹ ਆਪਣਾ ਜੀਵਨ ਬਸਰ ਕਰਦੇ। ਭਗਤ ਨਾਮਦੇਵ ਜੀ ਮਹਾਰਾਜ ਜੀ ਨੇ ਮਾਰਕੰਡੇ ਰਿਸ਼ੀ ਦਾ ਜ਼ਿਕਰ ਕੀਤਾ। ਗਹਿਰੀ ਕਰਕੇ ਨੀਮ ਖੁਦਾਈ, ऊपर मंडप छाए, मारकंडे तिह को अधकाई, जिन तृण धर्म मुंड बिलाए। किन्नी लंबी उम्र सी मारकंडे ऋषि दी। उन्हें ना एक कखां दी छतरी जी बनाई हुई सी। धुप होनी तां सिर ते कर लैनी, मींह कणी होना तां सिर ते कर लैनी। सारी जिंदगी उस जिहड़े तृण दी घाह दी छतरी सी उहदे थल्ले कट दित्ती। हजारां साल उहदी उम्र सी। पातशाह सानू चेते करा रहे ने, ऐ मनुख तू ये संसार रूपी पेके घर दे विच 4 दिनां दा प्राहुणा, पर तैनू जवानी दे नशे विच मस्त होया इस गल दी सोझी नहीं, सुध नहीं। जवानी दा नशा भी मस्त, फिर सुंदरता, फिर धन होवे, वैभव होवे, फिर वडियाई होवे, प्रभता होवे, फिर नशे दा आदी होवे। इन्हां सारियां चीजां विच गरकिया होया मनुख मुश्किल ही बचे तां बचे। परमेश्वर बचावे तां बचे। तो महाराज जी कहते छड्ड इस जवानी दे नशे नूं, इह सदैवी नहीं रहनी। इस करके तू इस नशे विच मत्तिया होया इस गल नूं भुलिया बैठा कि संसार विच तू केवल 4 दिनां दा प्राहुणा है। मैली अवगुण चित बिन गुर गुण ना समामनी, बल राम जियो। मैली अवगुण चित बिन गुर, गुरु तो बिना ਇਹਦਾ ਜਿਹੜਾ ਅੰਤਸ਼ਕਰਨ ਹੈ ਉਹ ਮਲਿਨ ਹੈ, ਮੈਲਾ है। इतना मलीन है, इतना मलीन कि सतगुरां दे तरस तो बिना, गुरु की किरपा तो बिना ਇਹਦੇ ਹਿਰਦੇ ਵਿੱਚ कदे भी शुभ गुण निवास नहीं कर सकते। कदे भी शुभ गुण ਇਹਦੇ ਹਿਰਦੇ ਵਿੱਚ नहीं वस सकते। गुण सार न जानी भरम भुलानी, जोबन बाद गवाया। ਜਿਹੜੀ ਜੀਵ ਰੂਪੀ ਇਸਤਰੀ ਜਿਸਨੇ शुभ गुणां ਦੀ ਸਾਰ ਹੀ ਨਹੀਂ ਜਾਣੀ, ਅਸੀਂ ਆਖਾਂਗੇ ਵੀ ਇਹੋ ਜਿਹਾ ਕਿਹੜਾ ਮੂਰਖ ਮਨੁੱਖ ਹੁੰਦਾ ਜਿਹਨੂੰ शुभ गुणां ਦੀ ਸਾਰ ਨਾ ਹੋਵੇ। ਇਹ ਚੰਗੀ ਚੀਜ਼ ਪਈ ਹੋਵੇ ਸਾਰਿਆਂ ਨੂੰ ਉਹਦੀ ਸਾਰ ਹੁੰਦੀ ਹੈ, ਪਰ ਮੈਂ ਪ੍ਰਤੱਖ ਰੂਪ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਸਾਰਿਆਂ ਦੇ ਵਿੱਚ ਵੇਖਦਾ ਹਜ਼ਾਰਾਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਸਾਡੇ ਆਲੇ ਦੁਆਲੇ ਹੁੰਦੀਆਂ ਨੇ, ਸਾਨੂੰ ਉਹਦੀ ਸਾਰ ਨਹੀਂ ਹੁੰਦੀ। ਉਹੀ ਚੀਜ਼ਾਂ ਜੋ ਸਾਡੇ ਇਸ ਸੂਬੇ ਵਿੱਚ ਮਿਲਦੀਆਂ ਨੇ ਬਾਹਰ ਕੁਝ ਸੂਬਿਆਂ 'ਚ ਨਹੀਂ ਮਿਲਦੀਆਂ, ਉਹਨਾਂ ਨੂੰ ਪਤਾ ਕਰੋ ਵੀ ਉਹਨਾਂ ਨੂੰ ਸਾਰ ਕਿਵੇਂ ਹੈ। ਮੀਂਹ ਨਾ ਪਵੇ ਤੇ ਪਾਣੀ ਦੀ ਕਿੱਲਤ ਕਈ ਸੂਬਿਆਂ ਵਿੱਚ ਆ ਜਾਂਦੀ ਹੈ। 1000 ਲੀਟਰ ਦੀ ਟੈਂਕੀ ਪਾਣੀ ਦੀ ਭਰ ਕੇ ਨਾਂਦੇੜ ਵਰਗੇ ਮਹਾਰਾਸ਼ਟਰ ਦੇ ਇਲਾਕਿਆਂ ਵਿੱਚ
ਉਹ ਮੁੱਲ ਖਰੀਦ ਕੇ ਜਦੋਂ ਭਰਦੇ ਆ 1000 ਲੀਟਰ ਦੀ ਟੈਂਕੀ ਨਾਲ 4-4 5-5 ਦਿਨ ਕੱਢ ਲੈਂਦੇ ਆ। ਸਾਡੇ 2-2 ਹਜ਼ਾਰ ਲੀਟਰ ਦੀਆਂ ਟੈਂਕੀਆਂ ਦਿਨ 'ਚ 4-4 ਵਾਰੀ ਖਾਲੀ ਹੁੰਦੀਆਂ। ਫਿਰ ਕਹਿ ਸਕਦੇ ਆ ਨਾ ਵੀ ਸਾਨੂੰ ਵੀ ਸਾਰ ਨਹੀਂ। ਬਹੁਤ ਸਾਰੀਆਂ ਕੀਮਤੀ ਵਸਤੂਆਂ ਜੋ ਕੁਦਰਤ ਨੇ ਸਾਨੂੰ ਦਿੱਤੀਆਂ ਨੇ, ਸਾਨੂੰ ਉਹਨਾਂ ਦੀ ਸਾਰ ਨਹੀਂ ਹੈ। ਤੇ ਫਿਰ ਸ਼ੁਭ ਗੁਣਾਂ ਦੀ ਸਾਰ ਤਾਂ ਮਨੁੱਖ ਨੂੰ ਕੀ ਹੋਣੀ ਹੈ? ਜਿਹੜੇ ਸ਼ੁਭ ਗੁਣ ਨੇ ਉਹਨਾਂ ਦੀ ਸਾਰ ਤਾਂ ਮਨੁੱਖ ਨੂੰ ਕੀ ਹੋਵੇਗੀ? ਸਤ ਦੀ, ਸੰਤੋਖ ਦੀ, ਸਬਰ ਕੀ ਚੀਜ਼ ਹੁੰਦੀ ਹੈ? ਸਬਰ ਦੇ ਵਿੱਚ, ਸੰਤੋਖ ਵਿੱਚ ਕਿੰਨੀਆਂ ਬਰਕਤਾਂ ਹੁੰਦੀਆਂ ਨੇ। ਦਇਆ ਵਿੱਚ ਕਿਤਨੇ ਵੱਡੇ ਭਾਰੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਖੇਵਾ ਕਿਸੇ ਨੂੰ ਕਰ ਦੇਣ ਵਿੱਚ ਹਿਰਦਾ ਕਿਤਨਾ ਆਨੰਦ ਨਾਲ ਭਰ ਜਾਂਦਾ ਹੈ। ਇਹਨਾਂ ਸ਼ੁਭ ਗੁਣਾਂ ਦੀ ਸਾਰ ਮਨਮੁਖ ਜੀਵ ਰੂਪੀ ਇਸਤਰੀ ਨੂੰ ਨਹੀਂ ਹੈ। ਗੁਣ ਸਾਰ ਨਾ ਜਾਣੀ, ਗੁਣਾਂ ਦੀ ਸਾਰ ਨਹੀਂ ਜਾਣੀ। ਭਰਮ ਭੁਲਾਣੀ, ਇਹ ਭਰਮ ਦੇ ਵਿੱਚ ਭੁੱਲੀ ਹੋਈ ਹੈ। ਜੋਬਨ ਬਾਦ ਗਵਾਇਆ, ਜਵਾਨੀ ਜਿੰਨੀ ਵੀ ਸੀ ਵਿਅਰਥ ਗਵਾ ਲਈ। ਅਜਾਈ ਨਿਰਾਰਥ ਤੇ ਨਿਸ਼ਫਲ ਗਵਾ ਲਈ। ਵਾਰ ਘਰ ਦਰ ਦਰਸ਼ਨ ਨਹੀਂ ਜਾਤਾ, ਫਿਰ ਕਾ ਸਹਿਜ ਨ ਪਾਇਆ। ਵਾਹਿਗੁਰੂ ਪਰਮੇਸ਼ਰ ਦੇ ਘਰ ਦੇ ਦਰ ਦਰਸ਼ਨ ਨੂੰ ਪ੍ਰਾਪਤ ਨਹੀਂ ਕੀਤਾ। ਔਰ ਅਕਾਲ ਪੁਰਖ ਦਾ ਜਿਹੜਾ ਸਹਿਜ ਹੈ, ਗਿਆਨ ਹੈ, ਉਹ ਮਨਮੁਖ ਜੀਵ ਰੂਪੀ ਇਸਤਰੀ ਨੂੰ ਚੰਗਾ ਨਹੀਂ ਲੱਗਦਾ। ਇਹਨੂੰ ਹੁਣ ਰੱਬ ਦਾ ਗਿਆਨ ਕਿੱਥੇ ਚੰਗਾ ਲੱਗਦਾ, ਜਿਹੜਾ ਜਵਾਨੀ ਦੇ ਨਸ਼ੇ 'ਚ ਮੱਤਿਆ ਹੋਵੇ, ਹੰਕਾਰ ਵਿੱਚ ਹੈਂਕੜ 'ਚ ਤੁਰਦਾ ਫਿਰਦਾ ਹੋਵੇ। ਉਹਨੂੰ ਕੋਈ ਰੱਬੀ ਗੁਣਾਂ ਦੀ ਗੱਲ ਸੁਣਾਵੇ, ਉਹਨੂੰ ਕੋਈ ਰੱਬ ਦੇ ਗਿਆਨ ਦੀ ਬਾਤ ਸੁਣਾਵੇ, ਉਹ ਕਿੱਥੇ ਸੁਣ ਕੇ ਰਾਜੀ ਹੁੰਦਾ। ਕਹਿੰਦਾ ਵਿਹਲੜਾਂ ਦਾ ਕੰਮ ਹੈ। ਪਰਮੇਸ਼ਰ ਦਾ ਗਿਆਨ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਅਕਾਲ ਪੁਰਖ ਦਾ ਗਿਆਨ ਉਹਨਾਂ ਮਨਮੁਖਾਂ ਨੂੰ ਨਹੀਂ ਭਾਉਂਦਾ। ਸਤਿਗੁਰ ਪੂਛ ਨ ਮਾਰਗ ਚਾਲੀ, ਸੂਤੀ ਰਹਿਣ ਵਿਹਾਣੀ। ਸਤਿਗੁਰਾਂ ਨੂੰ ਪੁੱਛ ਕੇ ਇਹ ਸ਼ੁਭ ਰਾਹ ਤੇ ਸ਼ੁਭ ਮਾਰਗ ਤੇ ਨਹੀਂ ਚੱਲੀ। ਜਿਹੜਾ ਰਾਹ, ਜਿਹੜਾ ਰਸਤਾ ਸਤਿਗੁਰਾਂ ਨੇ ਚੱਲਣ ਨੂੰ ਕਿਹਾ, ਉਸ ਰਸਤੇ ਤੇ ਚੱਲੀ ਨਹੀਂ। ਗੁਰੂ ਨੂੰ ਪੁੱਛਿਆ ਹੀ ਨਹੀਂ ਆ ਕੇ ਕਦੇ ਸਤਿਗੁਰਾਂ ਦੀ ਹਜ਼ੂਰੀ 'ਚ, ਮਹਾਰਾਜ ਕਿਰਪਾ ਕਰਕੇ ਸਾਡਾ ਮਾਰਗ ਦਰਸ਼ਨ ਕਰੋ। ਸਤਿਗੁਰਾਂ ਨੂੰ ਪੁੱਛ ਕੇ ਮਨਮੁਖ ਜੀਵ ਰੂਪੀ ਇਸਤਰੀਆਂ ਉਸ ਰਸਤੇ ਤੇ ਨਹੀਂ ਚੱਲਦੀਆਂ ਜਿਹੜੇ ਰਸਤੇ ਤੇ ਚੱਲਣ ਨੂੰ ਗੁਰਦੇਵ ਦਾ ਹੁਕਮ ਹੈ। ਤੇ ਸੁੱਤਿਆਂ ਹੀ ਸਾਰੀ ਜ਼ਿੰਦਗੀ ਦੀ ਰਾਤ ਬਤੀਤ ਕਰ ਦਿੱਤੀ। ਸੁੱਤੀ ਰਹਿਣ ਵਿਹਾਣੀ, ਸੁੱਤੇ ਪਿਆਂ ਹੀ ਗਫਲਤ ਦੀ ਨੀਂਦ ਵਿੱਚ ਆਪਣੀ ਜ਼ਿੰਦਗੀ ਦੀ ਸਾਰੀ ਰਾਤ ਮਨਮੁਖ ਜੀਵ ਰੂਪੀ ਇਸਤਰੀਆਂ ਨੇ ਬਤੀਤ ਕਰ ਦਿੱਤੀ। ਨਾਨਕ ਬਾਲ ਤਣ ਰੰਡਿਪਾ, ਬਿਨ ਫਿਰ ਧਨ ਕੁਮਲਾਣੀ। ਧੰਨ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਐ, ਬਾਲ ਤਣ ਦਾ ਮਤਲਬ ਹੁੰਦਾ ਵੀ ਮੁੱਢ ਤੋਂ ਇਹੋ ਜੀਆਂ ਜੀਵ ਰੂਪੀ ਇਸਤਰੀਆਂ ਰਾਂਡੇਪਾ। ਰਾਂਡੇਪਾ ਦਾ ਅਰਥ ਕਰਾਂਗੇ ਵਿਛੜੀਆਂ ਹੀ ਰਹਿੰਦੀਆਂ ਪਰਮੇਸ਼ਰ ਤੋਂ, ਮੁੱਢ ਤੋਂ ਹੀ ਵਿਛੜੀਆਂ ਹੋਈਆਂ। ਉਹ ਮੁੱਢ ਤੋਂ ਹੀ ਪਰਮੇਸ਼ਰ ਨੇ ਵਿਛੋੜੀਆਂ ਹੋਈਆਂ ਹੈ। ਪ੍ਰਾਰੰਭ ਤੋਂ ਹੀ ਉਹਨਾਂ ਨੂੰ ਰੱਬ ਵਿਛੜਿਆ ਹੋਇਆ ਹੈ। ਪਰਮੇਸ਼ਰ ਉਹਨਾਂ ਨੂੰ ਭੁੱਲਿਆ ਹੋਇਆ ਹੈ। ਔਰ ਬਿਨਾ ਪਤੀ ਪਰਮਾਤਮਾ ਤੋਂ ਉਹ ਜੀਵ ਰੂਪੀ ਇਸਤਰੀਆਂ ਕੁਮਲਾਣੀ ਕਹੀਏ, ਕੁਮਲਾਈਆਂ ਰਹਿੰਦੀਆਂ। ਕੁਮਲਾਣੀ ਤੋਂ ਭਾਵ ਦੁੱਖਾਂ 'ਚ ਘਿਰੀਆਂ ਰਹਿੰਦੀਆਂ। ਉਹਨਾਂ ਦੇ ਅੰਦਰ ਕੋਈ ਖੇੜਾ, ਕੋਈ ਵਿਗਾਸ ਨਹੀਂ ਉਪਜਦਾ। ਸੰਸਾਰੀ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਵੀ ਉਹ ਸੁਖੀ ਨਹੀਂ ਹੁੰਦੇ, ਉਹ ਆਨੰਦ ਸਹਿਤ ਨਹੀਂ ਹੁੰਦੇ। ਤੇ ਜਿਹੜੇ ਮਿਲੇ ਹੋਏ ਨੇ ਦੂਜੇ ਪਾਸੇ, ਭਾਵੇਂ ਕੱਖ ਦੀ ਕੁੱਲੀ 'ਚ ਬੈਠਾ, ਉੱਥੇ ਵੀ ਖੇੜਾ ਤੇ ਆਨੰਦ ਬਣਿਆ ਹੋਇਆ। ਤੋ ਜਿਹੜੀਆਂ ਜੀਵ ਰੂਪੀ ਇਸਤਰੀਆਂ ਮੁੱਢ ਤੋਂ, ਪ੍ਰਾਰੰਭ ਤੋਂ ਹੀ ਉਸ ਵਾਹਿਗੁਰੂ ਪਰਮੇਸ਼ਰ ਤੋਂ ਵਿਛੜੀਆਂ ਹੋਈਆਂ ਨੇ, ਉਹਨਾਂ ਨੂੰ ਕਦੇ ਸੁੱਖ ਪ੍ਰਾਪਤ ਨਹੀਂ ਹੁੰਦਾ। ਉਹ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹਮੇਸ਼ਾ ਦੁੱਖਾਂ ਵਿੱਚ ਘਿਰੀਆਂ, ਕੁਮਲਾਈਆਂ ਰਹਿੰਦੀਆਂ ਹਨ। ਬਾਬਾ ਮੈਂ ਵਰ ਦੇਹ, ਮੈਂ ਹਰ ਵਰ ਭਾਵੈ। ਇਹ ਮੇਰੇ ਬਾਬਾ ਜੀ, ਸਾਹਿਬ ਜੀ, ਮੈਨੂੰ ਵਰ ਦਿਓ,
मैनू ये वरदान बख्शो। की वरदान बख्शो कि मैनू मेरा हरि वाहिगुरु परमेश्वर चंगा लगन लग पाए। मैं हर वार भावै, मैनू हरि वार भा जावे, परमेश्वर भा जावे, मेरे ते एहो जी कृपा करके मैनू ये वर बख्शो। तिसकी बलराम जियो मैं तिस तो बलिहार जांदा हां, उस रमे होए वाहिगुरु परमेश्वर तो बलिहार जांदा हां। रब रहया जुग चार तिरभवन बाणी जिसकी बलराम जियो। ਉਹ ਚੌ ਜੁਗਾਂ ਦੇ ਵਿੱਚ ਰਮਿਆ ਹੋਇਆ। ਚੌ ਜੁਗਾਂ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਰਮਿਆ ਹੋਇਆ। ਤਿੰਨੇ ਭਵਨਾਂ ਦੀ ਜਿਹੜੀ ਇਹ ਬਾਣੀ ਬਣਾਵਟ ਹੈ, ਤ੍ਰਿਭਵਨ ਬਾਣੀ, ਤਿੰਨਾਂ ਭਵਨਾਂ ਦੀ ਜਿਹੜੀ ਇਹ ਬਾਣੀ ਬਣਾਵਟ ਹੈ, ਇਹ ਵਾਹਿਗੁਰੂ ਪਰਮੇਸ਼ਰ ਦੀ ਬਣਾਈ ਹੋਈ ਹੈ। ਇਹ ਬਣਾਵਟ ਸੰਸਾਰ ਦੀ ਪਰਮੇਸ਼ਰ ਨੇ ਰਚੀ ਹੋਈ ਹੈ, ਪ੍ਰਮਾਤਮਾ ਦੀ ਬਣਾਈ ਹੋਈ। ਜਾਂ ਇਸ ਤਰ੍ਹਾਂ ਵੀ ਮਹਾਂਪੁਰਸ਼ ਕਹਿੰਦੇ ਆ, ਤਿੰਨਾਂ ਭਵਨਾਂ ਵਿੱਚ ਉਸੇ ਦੀ ਬਾਣੀ ਵਰਤ ਰਹੀ ਹੈ। ਏਕ ਓੰਕਾਰ ਦਾ ਨਾਦ, ਇਹ ਅਕਾਲ ਪੁਰਖ ਦੀ ਬਾਣੀ ਹੈ, ਔਰ ਇਹ ਬਾਣੀ ਤਿੰਨਾਂ ਭਵਨਾਂ ਵਿੱਚ ਗੂੰਜ ਰਹੀ। ਤਿੰਨ ਭਵਨ ਕਿਹੜੇ ਨੇ? ਥੱਲੇ ਪਤਾਲ, ਧਰਤੀ, ਆਕਾਸ਼। ਥੱਲੇ ਭਵੇਂ ਅੱਗੇ ਲੱਖਾਂ ਪਤਾਲ ਨੇ, ਕਰੋੜਾਂ ਨੇ, ਧਰਤੀਆਂ ਕਰੋੜਾਂ ਨੇ, ਪਰ ਗਿਣੇ ਤਿੰਨ ਹੀ ਜਾਣਗੇ। ਤਿੰਨ ਭਵਨ। ਤਿੰਨਾਂ ਭਵਨਾਂ ਵਿੱਚ ਉਸ ਨਿਰੰਕਾਰ ਪਰਮੇਸ਼ਰ ਦੀ ਬਾਣੀ ਇੱਕ ਓੰਕਾਰ ਦਾ ਨਾਦ ਗੂੰਜ ਰਿਹਾ ਹੈ। ਤਿਰਭਵਨ ਕੰਸ ਰਵੈ ਸੁਹਾਗਣ ਅਵਗੁਣਵੰਤੀ ਦੂਰੇ। ਤਿੰਨਾਂ ਭਵਨਾਂ ਦਾ ਕੰਤ ਪਤੀ ਪ੍ਰਮਾਤਮਾ ਮਾਲਕ ਸਰਬ ਥਾਵਾਂ ਤੇ ਭਰਪੂਰ ਹੈ, ਰਮਿਆ ਹੋਇਆ। ਪਰ ਜਿਹੜੀਆਂ ਔਗਣਿਆਰੀਆਂ ਜੀਵ ਰੂਪੀ ਇਸਤਰੀਆਂ ਨੇ, ਉਹਨਾਂ ਵਾਸਤੇ ਉਹ ਰੱਬ ਬੜੀ ਦੂਰ ਹੈ, ਉਹਨਾਂ ਲਈ ਦੂਰ ਹੈ। ਹੈ ਤਾਂ ਉਹ ਤਿੰਨਾਂ ਭਵਨਾਂ ਦਾ ਮਾਲਕ, ਸਾਰੇ ਪਾਸੇ ਰਮਿਆ ਹੋਇਆ, ਹਰ ਜਗ੍ਹਾ ਤੇ ਰਮਿਆ ਹੋਇਆ, ਪਰ ਜਿਹੜੇ ਮਨਮੁਖ ਨੇ ਉਹਨਾਂ ਨੂੰ ਰੱਬ ਬੜੀ ਦੂਰ ਪ੍ਰਤੀਤ ਹੁੰਦਾ ਹੈ। ਉਹਨਾਂ ਨੂੰ ਪਰਮੇਸ਼ਰ ਬਹੁਤ ਦੂਰ ਪ੍ਰਤੀਤ ਹੋ ਰਿਹਾ ਹੈ। ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਪਰ ਪੂਰੇ। ਜਿਹੋ ਜੀ ਕਿਸੇ ਦੀ ਆਸਾ ਹੈ, ਉਹਦੀ ਮਨਸਾ ਉਹੋ ਜੀ ਪੂਰੀ ਹੁੰਦੀ ਹੈ। ਅਕਾਲ ਪੁਰਖ ਵਾਹਿਗੁਰੂ ਤਿੰਨਾਂ ਭਵਨਾਂ ਦੇ ਵਿੱਚ ਪਰਿਪੂਰਨ ਹੈ, ਹਰ ਜਗ੍ਹਾ ਤੇ ਭਰਿਆ ਹੋਇਆ ਹੈ। ਹਰ ਕੀ ਨਾਰ ਸੋ ਸਰਬ ਸੁਹਾਗਣ ਰਾਂਡ ਨਾ ਮੈਲੈ ਵੇਸੇ। ਜਿਹੜੀ ਹਰੀ ਵਾਹਿਗੁਰੂ ਪਰਮੇਸ਼ਰ ਦੀ ਨਾਰ ਜੀਵ ਰੂਪੀ ਇਸਤਰੀ ਹੈ, ਉਹ ਸਦਾ ਹੀ ਸੁਹਾਗਣ ਰਹਿੰਦੀ ਹੈ। ਉਹ ਨਾ ਤਾਂ ਕਦੇ ਵਾਹਿਗੁਰੂ ਪਰਮੇਸ਼ਰ ਤੋਂ, ਰਾਂਡ ਦਾ ਮਤਲਬ ਹੁੰਦਾ ਵਿਛੜਦੀ ਨਹੀਂ, ਤੇ ਨਾ ਹੀ ਉਹਨੂੰ ਮੈਲੇ ਵੇਸਾਂ ਵਿੱਚ ਆਉਣਾ ਪੈਂਦਾ। ਮੈਲੇ ਵੇਸ ਦਾ ਮਤਲਬ ਹੁੰਦਾ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਆਉਣਾ ਪੈਂਦਾ। ਜਿਹੜੀਆਂ ਜੀਵ ਰੂਪੀ ਇਸਤਰੀਆਂ ਉਸ ਹਰੀ ਨੂੰ ਮਿਲ ਕੇ ਉਹਦੇ 'ਚ ਅਭੇਦ ਹੋ ਗਈਆਂ, ਉਹ ਸदैवी ਕਾਲ ਲਈ ਸੁਹਾਗਣਾ ਹੋ ਗਈਆਂ। ਉਹ ਕਦੇ ਉਸ ਵਾਹਿਗੁਰੂ ਤੋਂ ਨਹੀਂ ਵਿਛੜਦੀਆਂ, ਨਾ ਹੀ ਉਹਨਾਂ ਨੂੰ ਕਦੇ ਜਨਮ ਮਰਨ ਦੇ ਚੱਕਰਾਂ ਵਿੱਚ ਪੈ ਕੇ ਮਲਨ ਹੋਣਾ ਪੈਂਦਾ ਹੈ। ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਮੈਨੂੰ ਮੇਰਾ ਸੱਚਾ ਪਿਰ ਵਾਹਿਗੁਰੂ ਪਰਮੇਸ਼ਰ ਭਾਉਂਦਾ ਹੈ, ਜਿਹੜਾ ਜੁਗਾਂ ਜੁਗਾਂ ਤੋਂ ਇੱਕੋ ਜਿਹਾ ਹੈ, ਜੁਗਾਂ ਜੁਗਾਂ ਤੋਂ ਇੱਕੋ ਜਿਹਾ ਹੈ, ਜਿਸ ਦੇ ਸਰੂਪ ਵਿੱਚ ਕਦੇ ਕੋਈ ਤਬਦੀਲੀ ਜਾਂ ਬਦਲਾਹਟ ਨਹੀਂ ਆਉਂਦੀ, ਜੋ ਸਦਾ ਹੀ ਇੱਕੋ ਜਿਹਾ ਹੈ। ਬਾਬਾ ਲਗਨ ਗਣਾਏ ਹਮ ਵੀ ਵੰਜਾ ਸੋਹਰੇ ਬਲਰਾਮ ਜੀਓ। ਇਹ ਮੇਰੇ ਗੁਰੂ ਬਾਬਾ ਜੀ, ਮੇਰਾ ਲਗਨ ਗਣਾਓ। ਮੇਰਾ ਲਗਨ ਕਿਹੜਾ ਗਿਣਨਾ? ਕਿ ਮੇਰੀ ਉਸ ਮਾਲਕ ਦੇ ਚਰਨਾਂ ਨਾਲ ਪ੍ਰੀਤ ਬਣ ਜਾਏ, ਤੇ ਉਹਦੇ ਨਾਲ ਪ੍ਰੀਤ ਬਣ ਜਾਏ ਤੇ ਮੈਂ ਵੀ ਸਹੁਰੇ ਜਾਵਾਂ ਤੇ ਆਪਣੇ ਉਸ ਪਤੀ ਦੇ ਨਾਲ ਰਲੀਆਂ ਮਾਣਾ, ਉਹਦੇ ਵਿੱਚ ਭੇਦ ਹੋਣ। ਪਰ ਉਹਦੇ ਲਈ ਪਹਿਲਾਂ ਲਗਨ ਗਿਣਾਓ। ਲਗਨ ਗਿਣਾਉਣ ਦਾ ਮਤਲਬ, ਜਿਵੇਂ ਅੱਜ ਕੱਲ ਬਹੁਤ ਸਾਰੇ ਲੋਕ
ਉਹ ਲਗਨ ਗਿਣਦੇ ਆ ਵਿਆਹ ਦਾ, ਗਿਣਤੀਆਂ ਮਿਣਤੀਆਂ ਕਰਦੇ ਆ ਵੀ ਕਿਹੜੀਆਂ ਵਧੀਆਂ ਕਿਹੜੀਆਂ ਸੁਧੀਆਂ, ਕਿਹੜੀ ਤਰੀਕ ਸਹੀ, ਕਿਹੜਾ ਮਹੂਰਤ ਚੰਗਾ। ਗੁਰਸਿੱਖ ਐਸੇ ਵਹਿਮਾਂ 'ਚ ਨਹੀਂ ਪੈਂਦਾ, ਪਰ ਗੁਰਸਿੱਖ ਇੱਕ ਲਗਨ ਗਿਣਾਉਂਦਾ ਹੈ। ਸ਼ੁਭ ਲਗਨ ਉਹਦਾ ਗੁਰਸਿੱਖ ਦਾ ਇਹ ਹੈ ਕਿ ਉਹ ਬੇਨਤੀ ਕਰਦਾ, ਮਹਾਰਾਜ ਮੇਰੀ ਉਸ ਵਾਹਿਗੁਰੂ ਦੇ ਚਰਨਾਂ ਨਾਲ ਪ੍ਰੀਤ ਬਣ ਜਾਵੇ। ਇਹ ਮੇਰਾ ਲਗਨ ਹੈ, ਇਹ ਲਗਨ ਗਿਣਾਏ। ਤੇ ਆਮ ਕਰਕੇ ਕਈ ਜੋਤਸ਼ੀ ਉਹ ਪੱਤਰੀਆਂ ਦੇ ਲੱਛਣ ਹੀ ਗਿਣਾਈ ਜਾਂਦੇ ਆ, ਮਿਣ ਕੇ ਵੇਖੀ ਜਾਂਦੇ ਆ। ਦੋਨਾਂ ਦੀਆਂ ਜਨਮ ਪੱਤਰੀਆਂ ਹੋਣ, ਫਿਰ ਉਹਨਾਂ ਜਨਮ ਪੱਤਰੀਆਂ ਦੇ ਵਿੱਚ ਦੋਨਾਂ ਦੇ ਗੁਣ ਮਿਲਾਉਂਦੇ ਆ। ਪਰ ਹੈਰਾਨੀ ਹੁੰਦੀ ਹੈ ਵੀ ਸਾਰੇ ਗੁਣ ਮਿਲਾਉਣ ਤੋਂ ਬਾਅਦ ਕਈ ਵਾਰ ਸਾਲ 2 ਸਾਲ ਬਾਅਦ ਉਹਨਾਂ ਦਾ ਤਲਾਕ ਕਿਉਂ ਹੋਇਆ ਹੁੰਦਾ ਜੇ ਗੁਣ ਮਿਲੇ ਹੁੰਦੇ। ਜਿਨ੍ਹਾਂ ਦਾ ਇਹ ਕਰਮ ਹੈ ਉਹਨਾਂ ਨੂੰ ਮੁਬਾਰਕ ਹੈ, ਪਰ ਮੈਂ ਹੈਰਾਨ ਹੁੰਨਾ ਕਈ ਵਾਰ ਉਹਨਾਂ ਸਿੱਖਾਂ ਨੂੰ ਵੇਖ ਕੇ ਜਿਹੜੇ ਸਿੱਖ ਵੀ ਜਨਮ ਪੱਤਰੀਆਂ ਬਣਾ ਕੇ ਫਿਰ ਉਹਨਾਂ ਬ੍ਰਾਹਮਣਾਂ ਕੋਲੋਂ ਮਿਲਾਉਂਦੇ ਫਿਰਦੇ। ਹੁਣ ਸਿੱਖਾਂ ਦੇ ਵਿੱਚ ਤਾਂ ਇਹ ਮਰਿਆਦਾ ਨਹੀਂ ਵੀ ਜਨਮ ਤੋਂ ਜਨਮ ਪੱਤਰੀ ਬਣੇ, ਉਹ ਫਿਰ ਪਹਿਲਾਂ ਜਨਮ ਪੱਤਰੀ ਬ੍ਰਾਹਮਣ ਕੋਲੋਂ ਦੁਬਾਰਾ ਬਣਾਉਂਦੇ ਨਵੀਂ, ਉਹ ਦੱਸ ਕੇ ਜਨਮ ਦੀ ਤਰੀਕ ਵਾਰ, ਫਿਰ ਉਹ ਜਨਮ ਪੱਤਰੀ ਬਣਾਉਂਦਾ, ਫਿਰ ਉਹਦੇ ਮੁਤਾਬਕ ਫਿਰ ਅੱਗੇ। ਸਿੱਖ ਲਈ ਇਹ ਕਰਮ ਵਿਹਿਤ ਨਹੀਂ ਹੈ। ਸਿੱਖ ਲਈ ਇੱਕੋ ਕਰਮ ਵਿਹਿਤ ਹੈ, ਜਦੋਂ ਕਿਸੇ ਕਾਰਜ ਨੂੰ ਪ੍ਰਾਰੰਭ ਕਰਨਾ ਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ। ਸਾਡੇ ਲਈ ਸਭ ਤੋਂ ਵਧੀਆ ਤਰੀਕਾ ਲਗਨ ਇਹੀ ਹੈ ਗਿਣਨ ਦਾ, ਪੱਤਰੀਆਂ ਮਿਲਾਉਣ ਦਾ ਸਭ ਤੋਂ ਵਧੀਆ ਤਰੀਕਾ ਸਾਡਾ ਇਹੀ। ਗੁਰੂ ਅੱਗੇ ਅਰਦਾਸ ਕੀਤੀ ਆਪੇ ਸਾਹਿਬ ਮਹਾਰਾਜ ਤੁਸੀਂ ਸਹਿਯੋਗ ਵਿਜੋਗ ਕਰਨ ਵਾਲੇ, ਜੋੜਨ ਲੱਗੇ ਹੋ ਕਿਰਪਾ ਕਰਿਓ, ਤਰਸ ਕਰਿਓ ਮਹਾਰਾਜ। ਇਹ ਭਰੋਸਾ ਗੁਰਸਿੱਖ ਦਾ ਗੁਰੂ ਚਰਨਾਂ 'ਚ ਹੋਵੇ ਤੇ ਭਰੋਸੇ ਵਾਲਿਆਂ ਦੇ ਬੇੜੇ ਬੰਨੇ ਲੱਗਦੇ ਆ, ਬੇਪਰਤੀਤੇ ਤਾਂ ਡੁੱਬ ਜਾਂਦੇ। ਮਹਾਰਾਜ ਮੇਰਾ ਇਹ ਲਗਨ ਗਣਾਓ ਕਿ ਮੇਰੇ ਅੰਦਰ ਮੇਰੇ ਸਹੁ ਦੀ, ਮੇਰੇ ਮਾਲਕ ਦੀ ਪ੍ਰੀਤ ਉਪਜੇ ਔਰ ਮੈਂ ਉਸ ਵਾਹਿਗੁਰੂ ਪਰਮੇਸ਼ਰ ਦੇ ਘਰ ਯਾਨੀ ਕਿ ਸਹੁਰੇ ਘਰ ਜਾਣਾ ਤਾਂ ਪੈਣਾ ਹੀ ਹੈ ਨਾ। ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦੇ ਘਰ ਵਿੱਚ ਜਾ ਕੇ ਉਹਦੇ ਚ ਰਲੀਆਂ ਮਾਣਾ ਅਭੇਦ ਹੋਵਾ। ਸਾਹਾ ਹੁਕਮ ਰਜ਼ਾਏ ਸੋ ਨਾ ਟਲੈ ਜੋ ਪ੍ਰਭ ਕਰੈ ਬਲਰਾਮ ਜੀਓ। ਸਾਹੇ ਦੀ ਤਰੀਕ ਇਹ ਜਾਣੇ, ਸਾਹਾ ਕੀ ਹੈ? ਸਾਹੇ ਦੀ ਜਿਹੜੀ ਤਰੀਕ ਰੱਖੀ ਉਹ ਇਹ ਜਾਣੇ ਕਿ ਜੋ ਮੇਰੇ ਵਾਹਿਗੁਰੂ ਨੇ ਹੁਕਮ ਕਰ ਦਿੱਤਾ ਉਹ ਨਹੀਂ ਟਲ ਸਕਦਾ, ਉਹ ਅਟਲ ਹੈ। ਇਹ ਸਮਝ ਲੈ ਵੀ ਇਹ ਸਾਹ ਹੈ, ਉਹਦੇ ਹੁਕਮ 'ਚ ਚੱਲਣਾ, ਉਹਦੀ ਰਜ਼ਾ 'ਚ ਚੱਲਣਾ, ਇਹ ਸਾਹ ਹੈ। ਉਹਦੀ ਰਜ਼ਾ 'ਚ ਚੱਲਣਾ, ਉਹਦੇ ਹੁਕਮ 'ਚ ਚੱਲਣਾ। ਤੇ ਜੇ ਉਹਦਾ ਹੁਕਮ ਹੀ ਨਹੀਂ ਮੰਨਿਆ, ਉਹਦੇ ਹੁਕਮ 'ਚ ਚੱਲੇ ਹੀ ਨਹੀਂ, ਉਹਦੀ ਰਜ਼ਾ ਵਿੱਚ ਰਾਜੀ ਨਹੀਂ ਰਹੇ, ਫਿਰ ਨਹੀਂ ਮੇਲ ਹੋ ਸਕਦਾ। ਰਜਾਈ ਦੀ ਰਜਾ ਵਿੱਚ ਚੱਲਦਿਆਂ, ਹੁਕਮੀ ਦੇ ਹੁਕਮ ਵਿੱਚ ਚੱਲਦਿਆਂ ਫਿਰ ਉਹਦੇ 'ਚ ਭੇਦਤਾ ਹੁੰਦੀ ਹੈ। ਤੇ ਪਰਮੇਸ਼ਰ ਦਾ ਹੁਕਮ ਐਸਾ ਜਿਹੜਾ ਅਟਲ ਹੈ, ਜੋ ਹੁਕਮ ਹੋ ਗਿਆ ਉਹ ਅਟਲ ਹੈ, ਉਹ ਟਲ ਨਹੀਂ ਸਕਦਾ। ਉਹਨੂੰ ਨਾ ਹੀ ਕਿਸੇ ਵਿੱਚ ਟਾਲਣ ਦੀ ਸਮਰੱਥਾ ਹੈ। ਹੁਕਮੀ ਦਾ ਹੁਕਮ ਅਮੋੜ ਹੈ, ਉਹਨੂੰ ਨਹੀਂ ਕੋਈ ਮੋੜ ਸਕਦਾ, ਉਹ ਅਟਲ ਹੈ। ਜੋ ਬਚਨ ਸਾਹਿਬ ਨੇ ਕਹਿ ਦਿੱਤਾ, ਜੋ ਅਕਾਲ ਪੁਰਖ ਦਾ ਹੁਕਮ ਵਰਤ ਗਿਆ, ਉਹ ਅਟਲ ਹੈ। ਕਿਸੇ 'ਚ ਕੋਈ ਤਾਣ ਸਮਰੱਥਾ ਨਹੀਂ ਕਿ ਉਸ ਹੁਕਮੀ ਦੇ ਹੁਕਮ ਨੂੰ ਟਾਲ ਸਕੇ। ਕਿਰਤ ਪਿਆ ਕਰਤੇ ਕਰ ਪਾਇਆ ਮੇਟ ਨਾ ਸਕੈ ਕੋਈ। ਇਹ ਮਨੁੱਖ ਉਹੀ ਕਿਰਤ ਕਰਦਾ ਜੋ ਕਰਤੇ ਨੇ, ਵਾਹਿਗੁਰੂ ਨੇ, ਪਰਮੇਸ਼ਰ ਨੇ ਦੇ ਕਰਮਾਂ ਦੇ ਵਿੱਚ ਲਿਖ ਦਿੱਤਾ। ਉਹ ਪਹਿਲਾਂ ਇਹਦੀ ਕਿਰਤ ਤੋਂ ਹੀ ਉਹਨੇ ਕਰਮ ਬਣਾਏ, ਫਿਰ ਉਹਨਾਂ ਕਰਮਾਂ ਮੁਤਾਬਕ ਅਗਲੀ ਕਿਰਤ ਕਰਦਾ। ਹਾਂਜੀ ਦੁਬਾਰਾ ਪੜੋ ਜੀ। ਕਿਰਤ ਪਿਆ ਕਰਤੇ ਕਰ ਪਾਇਆ। ਕਰਤੇ ਨੇ ਆਪ ਆਪਣੇ ਕਰ ਹੱਥਾਂ ਨਾਲ ਇਹਦੇ ਲੇਖ ਪਾਏ ਹਨ।
ਮੇਟ ਨਾ ਸਕੈ ਤੇ ਕੋਈ। ਜਿਹੜੇ ਲੇਖ ਉਸ ਕਰਤੇ ਨੇ ਆਪ ਖੁਦ ਆਪਣੀ ਕਲਮ ਨਾਲ ਲਿਖੇ ਨੇ, ਉਹਨੂੰ ਕੋਈ ਮੇਟ ਨਹੀਂ ਸਕਦਾ। ਲੋਹੇ ਦੀ ਕਲਮ ਨਾਲ ਲਿਖਦਾ ਉਹ, ਲੋਹੋ ਕਲਮ, ਲੋਹੇ ਦੀ ਕਲਮ ਨਾਲ ਲਿਖਦਾ, ਉਹਨੂੰ ਕੋਈ ਮੇਟ ਨਹੀਂ ਸਕਦਾ। ਤੇ ਜੇ ਨਹੀਂ ਮੇਟ ਸਕਦਾ ਫਿਰ ਗੁਰੂ ਦਾ ਕੀ ਲਾਭ? ਗੁਰੂ ਵਿੱਚ ਇਹ ਸਮਰੱਥਾ ਹੈ ਕਿ ਜਿਹੜੀ ਉਹ ਪਰਾਲਬਧ ਹੈ ਉਸ ਬਹੁਤੀ ਨੂੰ ਥੋੜੀ ਵਿੱਚ ਭੁਗਤਾ ਦਿੰਦਾ ਹੈ। ਤੇ ਜਿਨ੍ਹਾਂ ਤੇ ਸਹਿਬ ਤਰਸ ਕਰਨ ਤੇ ਉਹਨਾਂ ਦੀ ਤਾਂ ਸੁਪਨੇ ਵਿੱਚ ਹੀ ਭੁਗਤਾ ਦਿੰਦਾ, ਕੱਟ ਦਿੰਦਾ। ਇਹ ਗੁਰੂ ਦੀ ਸਮਰੱਥਾ। ਗੁਰੂ ਬਿਨਾ ਨਹੀਂ ਇਹ ਤਾਕਤ ਕਿਸੇ ਵਿੱਚ ਕਿ ਕਿਸੇ ਦੇ ਕੋਈ ਲੇਖ ਬਦਲ ਸਕੇ। ਬੜੇ ਕਹਿੰਦੇ ਆ ਆਓ ਤੁਹਾਡੇ ਕਰਮ ਬਦਲੀਏ, ਤੁਹਾਡੇ ਲੇਖ ਬਦਲੀਏ। ਗੁਰੂ ਬਿਨਾ ਨਹੀਂ ਕੋਈ ਲੇਖ ਬਦਲ ਸਕਦਾ। ਗੁਰੂ ਕੋਲ ਇਹ ਸਮਰੱਥਾ ਹੈ। ਇਸ ਕਰਕੇ ਸਿੱਖ ਕੇਵਲ ਗੁਰੂ ਦੀ ਪਨਾਹ ਵਿੱਚ, ਗੁਰੂ ਦੀ ਸ਼ਰਨ 'ਚ ਬੇਨਤੀਆਂ ਕਰਦਾ ਹੈ। ਜਾਂਜੀ ਨਾਉ ਨਰਨੈ ਕੇਵਲ ਰਬ ਰਹਿਆ ਤਹਿ ਲੋਈ। ਮੇਰੇ ਨਾਲ ਜਾਂਜੀ ਜਾਂ ਰੱਬ ਦੇ ਨਾਲ ਜਿਹੜੇ ਜਾਂਜੀ ਨੇ ਨਾ, ਰੱਬ ਦਾ ਜਾਂਜੀ ਕੌਣ ਹੈ? ਰੱਬ ਦਾ ਅੰਮ੍ਰਿਤ ਨਾਮ ਹੀ ਰੱਬ ਦਾ ਜਾਂਜੀ ਹੈ। ਰੱਬ ਤਾਂ ਹੋ ਗਿਆ ਪਤੀ, ਤੇ ਜਾਂਜੀ ਕੀ ਹੈ? ਜਾਂਜੀ ਕਹਿੰਦੇ ਉਹਦਾ ਪਰਮੇਸ਼ਰ ਦਾ ਨਾਮ। ਨਰਹਿ ਨਹਿ ਕੇਵਲ, ਜਿਹੜਾ ਸੰਸਾਰ ਦੇ ਸਮਸਤ ਨਰਾਂ ਨੂੰ, ਜੀਵਾਂ ਨੂੰ ਨਿਰਾਲਮ ਕਰਨ ਵਾਲਾ ਹੈ, ਹਰੇ ਭਰੇ ਕਰਨ ਵਾਲਾ ਹੈ। ਉਹ ਅੰਮ੍ਰਿਤ ਨਾਮ ਹੀ ਜਾਂਜੀ। ਪਰ ਇਹ ਅੰਮ੍ਰਿਤ ਨਾਮ ਗੁਰੂ ਬਿਨਾ ਪ੍ਰਾਪਤ ਨਹੀਂ ਹੁੰਦਾ। ਸਤਿਗੁਰਾਂ ਤੋਂ ਬਿਨਾ ਇਸ ਅੰਮ੍ਰਿਤ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਮਾਏ ਨਿਰਾਸੀ ਰੋਏ ਵਿਛੁੰਨੀ ਬਾਲੀ ਬਾਲੈ ਹਿਤੇ। ਇਹ ਅੰਮ੍ਰਿਤ ਨਾਮ ਤਿੰਨਾਂ ਲੋਕਾਂ ਦੇ ਵਿੱਚ ਰਮੇ ਹੋਏ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ, ਜਿਹੜਾ ਜਾਂਜੀ ਬਣ ਕੇ ਆਇਆ। ਤੇ ਕਹਿੰਦੇ ਜਦੋਂ ਇਸ ਜੀਵ ਰੂਪੀ ਇਸਤਰੀ ਦਾ ਉਸ ਵਾਹਿਗੁਰੂ ਪਤੀ ਨਾਲ ਮੇਲ ਹੋਇਆ ਤੇ ਫਿਰ ਪਿੱਛੋਂ ਮਾਂ ਨਿਰਾਸ਼ ਹੋ ਕੇ ਰੋ ਕੇ ਵਿਛੜ ਕੇ ਰੋਣ ਲੱਗੀ ਵੀ ਮੇਰਾ ਜਣਿਆ ਹੋਇਆ, ਮੇਰੀ ਜਣੀ ਹੋਈ ਇਹ ਤਾਂ ਪਰਮੇਸ਼ਰ ਵਿੱਚ ਜਾ ਮਿਲੀ। ਉਹ ਵਿਛੜ ਕੇ ਰੋਂਦੀ ਹੈ। ਫਿਰ ਉਹਦਾ ਕੋਈ ਅਸਰ ਮਾਇਆ ਦਾ, ਇੱਥੇ ਮਾਇਆ ਦਾ ਮਤਲਬ ਹੁੰਦਾ ਮਾਇਆ। ਮਾਇਆ ਨੇ ਪੈਦਾ ਕੀਤਾ ਨਾ ਜੀਵਾਂ ਨੂੰ ਪਰਮੇਸ਼ਰ ਤੋਂ ਚੇਤਨਤਾ ਲੈ ਕੇ। ਤੇ ਜਿਹੜੀ ਜੀਵ ਰੂਪੀ ਇਸਤਰੀ ਉਸ ਪਤੀ ਨੂੰ ਜਾ ਮਿਲੀ, ਉਹਦੇ ਤੇ ਫਿਰ ਇਹ ਜਿਹੜੀ ਮਾਇਆ ਰੂਪੀ ਮਾਂ ਹੈ ਨਾ, ਇਹ ਫਿਰ ਆਪਣਾ ਪ੍ਰਭਾਵ ਨਹੀਂ ਪਾ ਸਕਦੀ, ਆਪਣਾ ਅਸਰ ਨਹੀਂ ਪਾ ਸਕਦੀ। ਉਹਦੇ ਤੋਂ ਵਿਛੜ ਕੇ ਰੋਂਦੀ ਹੈ ਵੀ ਇਹਦੇ ਤੇ ਮੇਰਾ ਕੋਈ ਜ਼ੋਰ ਨਹੀਂ ਚੱਲਦਾ। ਨਕਟੀ ਕੋ ਠਨਗਨ ਬਾਡਾ ਡੂ ਕਿਨਹਿ ਬਵੇਕੀ ਕਾਟੀ ਤੋਂ। ਨਕਟੀ ਕੋ ਠਨਗਨ ਬਾਡਾ ਡੂ ਕਿਨਹਿ ਬਵੇਕੀ ਕਾਟੀ ਤੂੰ। ਬਵੇਕੀ ਜਿਹੜੇ ਰੱਬ ਨੂੰ ਮਿਲ ਗਏ, ਭੇਦ ਹੋ ਗਏ। ਉਹਨਾਂ ਨੇ ਕੱਟ ਦਿੱਤਾ ਇਸ ਨੱਕ ਵੱਡੀ ਨੂੰ, ਲਾ ਦਿੱਤਾ ਮਗਰੋਂ ਆਪਣੇ ਆਪ ਤੋਂ। ਫਿਰ ਉਹਨਾਂ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ, ਉਹਨਾਂ ਤੇ ਆਪਣਾ ਅਸਰ ਨਹੀਂ ਪਾ ਸਕਦੀ। ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਨੀ ਪ੍ਰਭ ਚੇਤੇ। ਬੜੇ ਪਤੇ ਤੇ ਕਮਾਲ ਦੀ ਗੱਲ ਇਹਦੇ ਵਿੱਚ ਮੇਰੇ ਪਾਤਸ਼ਾਹ ਇੱਕ ਕਹਿ ਗਏ ਨੇ, ਸਮਾਜਿਕ ਤੌਰ ਤੇ ਵੀ ਜੋ ਸਾਨੂੰ ਵਰਤਣੀ ਵਿੱਚ ਆਉਣੀ ਚਾਹੀਦੀ ਹੈ। ਬਾਲੀ ਬਾਲੈ ਹੇਤੇ। ਜਿਸ ਬਾਲੜੀ ਦਾ ਆਪਣੇ ਬਾਲਾ ਪਤੀ ਨਾਲ ਹੇਤ ਹੋ ਗਿਆ, ਉਹਦੇ ਤੇ ਉਸ ਦੀ ਮਾਂ ਦਾ ਕੋਈ ਅਸਰ ਨਹੀਂ ਰਹਿ ਜਾਂਦਾ, ਪ੍ਰਭਾਵ ਨਹੀਂ ਰਹਿ ਜਾਂਦਾ। ਤੇ ਜਿਸ ਬਾਲੜੀ ਦਾ ਆਪਣੇ ਬਾਲੇ ਪਤੀ ਨਾਲ ਪ੍ਰੇਮ ਨਹੀਂ ਹੁੰਦਾ, ਸਨੇਹ ਨਹੀਂ ਹੁੰਦਾ, ਪਿੱਛੋਂ ਉਹਦੀ ਮਾਂ ਦਖਲ ਅੰਦਾਜ਼ੀ ਕਰਕੇ ਉਹਦਾ ਘਰ ਉਜਾੜਨ 'ਚ ਸક્ષਮ ਹੋ ਜਾਂਦੀ ਹੈ। ਦੋਵਾਂ ਪਾਸੇ ਇਹ ਸਮਾਜਿਕ ਤੌਰ ਤੇ ਵੀ ਵਰਤਾਰਾ ਹੈ। ਇਸ ਕਰਕੇ ਗੁਰਦੇਵ ਇੱਥੇ ਕਹਿ ਰਹੇ ਨੇ ਕਿ ਇਸਤਰੀ ਦਾ ਔਰ ਪਤੀ ਦਾ ਹੇਤ ਹੋਵੇ, ਪ੍ਰੇਮ ਹੋਵੇ। ਜਦੋਂ ਦੋਨਾਂ ਦਾ ਪ੍ਰੇਮ ਹੁੰਦਾ ਹੈ ਤੇ ਉਸ ਪ੍ਰੇਮ ਦੇ ਵਿੱਚ ਕਦੇ ਫਿਰ ਕਿਸੇ ਤੀਸਰੇ ਦੀ ਦਖਲਅੰਦਾਜ਼ੀ ਨਹੀਂ ਹੁੰਦੀ। ਤੀਸਰੇ ਦੀ ਦਖਲਅੰਦਾਜ਼ੀ ਉਦੋਂ ਹੁੰਦੀ ਹੈ ਜਦੋਂ ਦੋਨਾਂ ਦਾ ਸਨੇਹ ਨਾ ਹੋਵੇ, ਦੋਨਾਂ ਦੀ ਇੱਕ ਦੂਜੇ ਪ੍ਰਤੀ ਪ੍ਰਤੀਤ ਨਾ ਹੋਵੇ, ਵਿਸ਼ਵਾਸ ਨਾ ਹੋਵੇ, ਯਕੀਨ ਨਾ ਹੋਵੇ, ਤੇ ਫਿਰ ਤੀਜਾ ਕੋਈ ਵੀ ਉਸ ਕੰਧ ਨੂੰ ਸੁੱਟ ਸਕਦਾ। ਤੇ ਜੇ ਦੋਨਾਂ ਵਿੱਚ ਸਨੇਹ ਹੈ, ਇੱਕ ਦੂਜੇ ਪ੍ਰਤੀ ਵਿਸ਼ਵਾਸ ਹੈ,
ਪ੍ਰਤੀਤ ਹੈ, ਇੱਕ ਦੂਜੇ ਪ੍ਰਤੀ ਸਤਿਕਾਰ ਹੈ, ਤਾਂ ਫਿਰ ਉਸ ਕੰਧ ਨੂੰ ਜੁਗਾਂ ਜੁਗਾਂ ਤੱਕ ਨਹੀਂ ਕੋਈ ਢਾ ਸਕਦਾ। ਉਹਦਾ ਪ੍ਰਤੱਖ ਪ੍ਰਮਾਣ ਗੁਰੂ ਨਾਨਕ ਸਾਹਿਬ ਨੇ ਗੁਰਦੁਆਰਾ ਕੰਧ ਸਾਹਿਬ ਦੇ ਰੂਪ ਵਿੱਚ ਦਿੱਤਾ, ਬਟਾਲੇ ਦੀ ਧਰਤੀ। ਕਿਸੇ ਤੀਜੇ ਨੂੰ ਵਿੱਚ ਦਖਲਅੰਦਾਜ਼ੀ ਕਰਨ ਦਾ ਮੌਕਾ ਹੀ ਤਾਂ ਮਿਲਦਾ ਨਾ। ਇੱਥੇ ਕਹਿ ਰਹੇ ਨੇ ਬਾਲੀ ਬਾਲਾ ਹੇਤੇ ਫਿਰ ਮਾਏ ਨਿਰਾਸੀ ਰੋਏ ਵਿਛੰਨੀ, ਉਹਦਾ ਫਿਰ ਕੋਈ ਜ਼ੋਰ ਨਹੀਂ ਪੈਂਦਾ, ਉਹਦਾ ਫਿਰ ਕੋਈ ਪ੍ਰਭਾਵ ਨਹੀਂ ਪੈਂਦਾ। ਬਾਬਲ ਦਿੱਤੜੀ ਦੂਰ ਨਾ ਆਵੇ ਕਰ ਪਈਐ ਬਲਰਾਮ ਜੀਓ। ਮੇਰੇ ਬਾਬਲ ਮੇਰੇ ਗੁਰੂ ਪਿਤਾ ਨੇ ਇੱਥੇ ਬਾਬਲ ਗੁਰੂ ਨੂੰ ਕਿਹਾ। ਗੁਰੂ ਨੂੰ ਬਾਬੁਲ, ਬਾਬੁਲ ਨਾਮ ਹੁੰਦਾ ਬਾਪੂ ਦਾ, ਪਿਤਾ ਦਾ। ਬਾਬਲ ਮੇਰਾ ਵੱਡ ਸਮਰੱਥਾ, ਮੇਰੇ ਸਾਹਿਬ ਮੇਰੇ ਬਾਬੁਲ ਨੇ ਮੈਨੂੰ ਇੰਨੀ ਦੂਰ ਭੇਜ ਦਿੱਤਾ ਹੈ ਉਸ ਪਤੀ ਪ੍ਰਮਾਤਮਾ ਨਾਲ ਅਭੇਦ ਕਰਕੇ। ਜਿੱਥੇ ਗਿਆ ਹੁਣ ਮੈਨੂੰ ਮੁੜ ਕੇ ਸੰਸਾਰ ਵਿੱਚ ਨਹੀਂ ਆਉਣਾ ਪਏਗਾ। ਬਾਬਲ ਦਿੱਤੜੀ ਦੂਰ ਨਾ ਆਵੇ ਘਰ ਪਈਐ ਬਲਰਾਮ ਜੀ। ਹੁਣ ਇਹ ਜਿਹੜਾ ਪੇਕਾ ਘਰ ਹੈ, ਮੈਂ ਇੱਥੇ ਮੁੜ ਨਹੀਂ ਜੇ ਆਉਣਾ। ਮੇਰੇ ਬਾਬਲ ਨੇ ਮੈਨੂੰ ਇੰਨੀ ਦੂਰ ਅਭੇਦ ਕਰ ਦਿੱਤਾ ਉਸ ਵਾਹਿਗੁਰੂ ਵਿੱਚ, ਅਕਾਲ ਪੁਰਖ ਵਿੱਚ ਇੱਕ ਮਿਕ ਕਰ ਦਿੱਤਾ। ਜਿੱਥੇ ਗਿਆ ਮੁੜ ਮੈਨੂੰ ਇਹ ਸੰਸਾਰ ਵਿੱਚ ਜਨਮ ਮਰਨ ਦੇ ਚੱਕਰਾਂ 'ਚ ਨਹੀਂ ਪੈਣਾ ਪਵੇਗਾ। ਬਹਰ ਹਮ ਕਾਹੇ ਆਵਹਿੰਗੇ, 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 ਬਹਰ ਹਮ ਕਾਹੇ ਆਵਹਿੰਗੇ। ਉਹਨਾਂ ਨੂੰ ਮੋੜੇ ਸੰਸਾਰ ਵਿੱਚ ਚੱਕਰਾਂ 'ਚ ਨਹੀਂ ਪੈਣਾ ਪੈਂਦਾ ਜੰਮਣ ਮਰਨ ਦੇ। ਮੇਰੇ ਬਾਬੁਲ ਨੇ ਮੇਰੇ ਤੇ ਤਰਸ ਕਰਕੇ ਬੜੀ ਦੂਰ, ਇਤਨਾ ਡੂੰਘਾ, ਇਤਨਾ ਗਹਿਰ, ਇਹ ਕਿਹੋ ਜਿਹੇ ਜਿਹਦੇ ਬਾਰੇ ਪਤਾ ਹੀ ਨਹੀਂ ਸੰਸਾਰ ਵਿੱਚ। ਉਹ ਤਾਂ ਜਿਹੜਾ ਉਹਦੇ 'ਚ ਭੇਦ ਹੁੰਦਾ ਉਹੀ ਜਾਣਦਾ। ਇਹ ਤਾਂ ਗੂੰਗੇ ਦਾ ਗੁੜ ਹੈ, ਕਹੋ ਨਾਨਕ ਸੰਤਨ ਰਸ ਆਈ ਹੈ। ਜਿਉ ਚਾਖ ਗੂੰਗਾ ਮੁਸਕਾਰੈ, ਜਿਉ ਚਾਖ ਗੂੰਗਾ ਮੁਸਕਾਰੈ। ਹੁਣ ਉੱਥੇ ਗਿਆ, ਇਹ ਜਿਹੜਾ ਸੰਸਾਰ ਰੂਪੀ ਪੇਕਾ ਘਰ ਹੈ, ਮੈਨੂੰ ਇੱਥੇ ਨਹੀਂ ਆਉਣਾ ਪੈਣਾ। ਹਾਂਜੀ, ਰਹਿਸੀ ਵੇਖ ਹਦੂਰ ਤੇਰਾ ਵੀ ਕਰ ਸੋਈਐ ਬਲਰਾਮ ਜੀਓ। ਮੈਂ ਹੁਣ ਹਾਜ਼ਰਾਂ ਹਜੂਰ ਵੇਖਦੀਆਂ ਆਪਣੇ ਮਾਲਕ ਸਾਹਮਣੇ ਪ੍ਰਤੱਖ, ਤੇ ਉਸ ਨੂੰ ਹਦੂਰ ਸਾਹਮਣੇ ਵੇਖ ਕੇ ਰਹਿਸੀ ਆਹਾ ਆਨੰਦ ਵਿੱਚ ਹੁੰਨੀ ਆ, ਖੇੜੇ 'ਚ। ਮੇਰਾ ਪਤੀ ਮੇਰੇ ਸਨਮੁਖ ਹੋਵੇ, ਮੇਰੇ ਕੋਲ ਹੋਵੇ, ਹਰ ਵੇਲੇ ਆਪਣੇ ਸਨਮੁਖ ਵੇਖ ਕੇ ਮੈਂ ਰਹਿਸੀ ਆਨੰਦ ਵਿੱਚ, ਤੇ ਫਿਰ ਆਪਣੇ ਪਿਰ ਨੂੰ ਰਾਵਦੀ ਹਾਂ, ਉਹਦੇ 'ਚ ਅਭੇਦ ਹੁੰਦੀ ਹਾਂ। ਘਰ ਸੋਹੀ ਹੈ, ਮੈਂ ਉਹਦੇ ਘਰ ਵਿੱਚ ਸ਼ੋਭਨੀਕ ਹੋ ਗਈ। ਮੇਰਾ ਹਿਰਦਾ ਰੂਪੀ ਘਰ ਸ਼ੋਭਨੀਕ ਹੋ ਗਿਆ, ਨਹੀਂ ਤਾਂ ਉਜੜਿਆ ਹੋਇਆ ਸੀ। ਇਹ ਸ਼ੋਭਨੀਕ ਹੋ ਗਿਆ ਜਦੋਂ ਮੇਰਾ ਵਾਰ ਆਇਆ, ਮੇਰਾ ਹਰੀ ਆਇਆ। ਮੈਂ ਉਸ ਰਾਮ ਤੋਂ, ਉਸ ਵਾਹਿਗੁਰੂ ਤੋਂ ਬਲਿਹਾਰ ਜਾਵਾਂ। ਸਾਚੇ ਪਿਰ ਲੋੜੀ ਪ੍ਰੀਤਮ ਜੋੜੀ, ਮਤ ਪੂਰੀ ਪ੍ਰਧਾਨੇ। ਹਾਂ, ਸਾਚੇ ਫਿਰ ਲੋੜੀ ਪ੍ਰੀਤਮ ਜੋੜੀ। ਜਦੋਂ ਸੱਚੇ ਪਿਰ ਨੂੰ ਇਸ ਨੇ ਚਾਹਿਆ ਆਪਣੇ ਹਿਰਦੇ ਕਿ ਮੈਨੂੰ ਮਿਲੇ, ਜਗਿਆਸੂ ਬਣਿਆ, ਮਨ 'ਚ ਜਗਿਆਸਾ ਪੈਦਾ ਹੋਈ, ਫਿਰ ਵਾਹਿਗੁਰੂ ਨੇ ਪ੍ਰੀਤਮ ਨੇ ਇਹਨੂੰ ਆਪਣੇ 'ਚ ਜੋੜ ਲਿਆ। ਜੇ ਜਗਿਆਸਾ ਹੀ ਨਹੀਂ ਪੈਦਾ ਹੋਈ ਉਸ ਨੂੰ ਮਿਲਣ ਦੀ, ਤਾਂ ਫਿਰ ਅਭੇਦ ਕਿਵੇਂ ਹੋਈ? ਅਸੀਂ ਤਾਂ ਹਾਲੇ ਮਾਫ ਕਰਨਾ, ਉਹਦੇ 'ਚ ਅਭੇਦ ਹੋਣਾ ਤਾਂ ਇੱਕ ਪਾਸੇ ਰਿਹਾ, ਜਗਿਆਸੂ ਤੱਕ ਵੀ ਨਹੀਂ ਬਣ ਸਕੇ, ਜਗਿਆਸੂ ਤੱਕ ਵੀ ਨਹੀਂ ਬਣ ਸਕੇ।
उस जीवन मुक्त अवस्था नूं माणना तां बड़ी दूर दी बात है। जिन्हां अंदर जगियासा सी उन्हां नूं प्रीतम ने अपने नाल मेल लिया, अभेद कर लिया। जिन्हां अंदर जगियासा इस हद तक सी कि दोए नैना मत छूहो फिर देखण की आस, इन्नी तीव्र आस सी, प्यास सी, उन्होंने मेल लिया, उन्होंने अपने च भेद कर लिया, उन्होंने पूर्ण मत दे के प्रधाने मुखी कर दिता, संसार में उजागर कर दिता। उन्होंने नाम जपण वालियां गुरमुखां दी शोभा संसार में प्रगट कर दी। हाँ जी, संजोगी मेला थान सुहेला गुणवंती गुर ज्ञाने। जेड़े सुहेले थां ते तुसी इस वेले जुड़ बैठे हो, सुहेला थां है साध संगत, सुहेला सुखदाई स्थान। इस सुखदाई स्थान ते उन्हां दा मेल हुंदा जिन्हां दे संजोग होण। संजोगां करके गुरु नाल मिल बैठे हैं, साडे कोई कर्म फलीभूत होए नहीं, तदे संगत बिन भागा सत संग ना लगा। ये संजोगी मेला है। इस सुहेले थां ते, इस सुखदाई थां ते साडा सारियां दा ये संजोगी मेला है। गुणवंती गुर ज्ञान ने, जिहड़ियां गुण वालियां जीव रूपी इस्त्रियां ने, वो गुरु के दिते हुए ज्ञान नूं प्राप्त करदी। गुणवंती गुर ज्ञान ने, गुणवंती जिन्हां अंदर गुण ने, उन्हां नूं गुरु दे दिते हुए ज्ञान की प्राप्ति हुंदी है। सत संतोख सदा सच पल्लै, सच बोलै फिर पाए। सत संतोख ये सारे शुभ गुण उन्हां दी बुद्धि रूपी पल्ले विच इकट्ठे हुंदे और वो अपने फिर वाहिगुरु परमेश्वर नूं पाउंदियां। वो जीव रूपी इस्त्रियां अकाल पुरख नूं पाउंदियां चंगियां लगदियां ने। नानक विछड़ ना दुख पाए, गुरमत अंक समाए। धन श्री गुरु नानक देव साहिब सच्चे पातशाह फरमाउंदे हन, वो जीव रूपी इस्त्रियां उस अकाल पुरख वाहिगुरु परमेश्वर तो नहीं विछड़दियां और वो सदैवी काल लई गुरु की मत द्वारा परमेश्वर दी अंक कहिए ओदे स्वरूप विच ओदी गोद विच समा जांदियां ने। वो परमेश्वर तो विछड़ के दुख नहीं पाउंदियां, गुरु की मत द्वारा ओदे स्वरूप विच भेद हो जांदियां हन। सतगुरां दी दित्ती हुई मत नाल ही परमेश्वर विच भेदता हो सकती है। गुरु पातशाह किरपा करन, साडा ये गाविया सुनिया थाए पवे। पंचमी दे इन्हां शुभ जोड़ मेलियां ते हाजरियां भरन वालियां दियां सब दियां हाजरियां सतगुरु नौवें पातशाह धन श्री गुरु तेग बहादुर साहब महाराज अपने चरनां च ला लैण, ये बेनतियां प्रवान करदियां। गुरु की बाणी अगाध बोध है, विचारां करदियां होइयां भुलां चुकां दे खिमा। अरदास करनी कि सतगुरु जी अगे वास्ते सदबुद्धि और सुमत प्रदान करन। साध संगत जी, मौसम की तब्दीली के अनुसार कल सवेरे सोमवार तो अमृत वेले के समय और शाम के समय दे विच 15 मिनट की तब्दीली की गई है। दरबार साहब जी के किवाड़ खुलण का जो समा है वो कल तो 2:15 बजे तक होवेगा। 2:15 बजे किवाड़ खुलणगे और 2:15 तो 3 बजे तक सेवा होवेगी। इसे तरह कीर्तन आस्था जी की वार का प्रारंभ होवेगा 5 बजे, 5 तो 7 बजे तक। कल कथा की जिहड़ी शब्द की विचार है वो 7 तो 8 बजे तक होवेगी।
ਇਸੇ ਤਰ੍ਹਾਂ ਸ਼ਾਮ ਦੇ ਸਮੇਂ ਦੇ ਵਿੱਚ ਵੀ ਤਬਦੀਲੀ ਕੀਤੀ ਗਈ ਹੈ। ਸ਼ਾਮ ਨੂੰ ਵੀ ਜੋ ਇਤਿਹਾਸ ਦੀ ਕਥਾ ਹੈ ਉਹ ਕੱਲ ਤੋਂ 5 ਤੋਂ 6 ਵਜੇ ਤੱਕ ਹੋਇਆ ਕਰੇਗੀ। ਉਪਰੰਤ ਸਾਰੀ ਸਮਾਪਤੀ ਜੋ ਹੈ ਉਹ ਰਾਤ 10:15 ਵਜੇ ਤੱਕ ਹੋਇਆ ਕਰੇਗੀ। ਆਪ ਜੀ ਨੇ ਸਮੇਂ ਸਿਰ ਹਾਜ਼ਰੀਆਂ ਭਰਨੀਆਂ। ਕੱਲ ਸੁਬਾਹ ਅੰਮ੍ਰਿਤ ਵੇਲੇ ਦੀ ਜਿਹੜੀ ਕਥਾ ਹੈ ਉਹਦਾ ਸਮਾਂ 7 ਤੋਂ 8 ਵਜੇ ਤੱਕ ਹੋਵੇਗਾ। ਆਪ ਜੀ ਨੇ ਸਮੇਂ ਸਿਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।